chapter electoral and electoral system मतलब कि ਚੋਣ ਕਾਰ ਤੇ ਚੋਣ ਪ੍ਰਣਾਲੀ। ਠੀਕ ਹੈ, ਲਾਸਟ ਚੈਪਟਰ ਹੈ ਸਾਡਾ 10ਵਾਂ। ਇਹਦੇ ਵਿੱਚ ਜਸਟ ਅਸੀਂ ਇੰਨੀ ਕੁ ਚੀਜ਼ ਦੱਸਣੀ ਆ ਕਿ ਕਿਹੜੇ ਕਿਹੜੇ ਮੈਥਡ ਦੀਆਂ ਇਲੈਕਸ਼ਨਸ ਹੁੰਦੀਆਂ ਨੇ। ਅਗਰ ਤੁਸੀਂ +2 ਦੀ ਬੁੱਕ ਉਠਾਓ, ਉਹਦੇ ਵਿੱਚੋਂ 9ਵਾਂ ਚੈਪਟਰ ਫਸਟ ਪਾਰਟ ਦੇ ਵਿੱਚੋਂ, ਬੀ ਪਾਰਟ ਦੇ ਵਿੱਚੋਂ 7ਵਾਂ ਚੈਪਟਰ, ਦੋਵਾਂ ਨੂੰ ਮਿਲਾ ਲਓ ਤੇ ਤੁਹਾਡਾ ਇਹਦਾ 10ਵਾਂ ਚੈਪਟਰ ਬਣ ਜਾਂਦਾ ਹੈ। ਠੀਕ ਹੈ, ਤੋ ਸਟਾਰਟ ਕਰਦੇ ਹਾਂ। franchise on the basis of the gender, women franchise ਯਾਦ ਆ ਗਿਆ ਹੋਣਾ ਕਿ women ਨੂੰ ਵੋਟਾਂ ਦੇਣ ਦੀ ਜ਼ਰੂਰਤ ਹੈ ਕਿ ਨਹੀਂ, ਆਪਾਂ ਪੜ੍ਹਿਆ ਸੀ। should the woman be given the right to vote ਮਤਲਬ ਕਿ ਵਮਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਕਿ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਕਹਿੰਦੇ ਬਹੁਤ ਸਾਰੇ ਰਾਈਟਰ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਮੈਨ ਤੇ ਵਮਨ ਦੋਨਾਂ ਨੂੰ ਹੀ ਵੋਟਾਂ ਦਾ ਅਧਿਕਾਰ ਹੋਣਾ ਚਾਹੀਦਾ ਹੈ, ਤੇ ਬਹੁਤ ਸਾਰੇ ਰਾਈਟਰ ਏਦਾਂ ਦੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਿਰਫ ਮੈਨ ਨੂੰ ਹੀ ਵੋਟਾਂ ਦਾ ਅਧਿਕਾਰ ਹੋਣਾ ਚਾਹੀਦਾ, ਮਤਲਬ ਰਾਈਟ ਟੂ ਵੋਟ ਦਾ ਯੂਜ਼ ਜੋ ਹੈ ਸਿਰਫ ਮੈਨ ਨਹੀਂ ਕਰ ਸਕਦਾ, ਵਮਨ ਨਹੀਂ ਕਰ ਸਕਦੀਆਂ। ਕਹਿੰਦੇ ਜਿੱਦਾਂ ਫਰਸਟ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਵਮਨਸ ਵਰਲਡ ਵਾਰ ਦੇ ਟਾਈਮ ਪੀਰੀਅਡ ਦੇ ਵਿੱਚ ਕਿਸੇ ਵੀ ਵਮਨ ਨੂੰ ਵੋਟ ਪਾਉਣ ਦਾ ਰਾਈਟ ਨਹੀਂ ਸੀ। ਸਭ ਤੋਂ ਪਹਿਲਾਂ ਕਹਿੰਦੇ ਅਮਰੀਕਾ 1920, ਬ੍ਰਿਟੇਨ 1928, France 1946, India 1950, Switzerland 1971, Saudi Arab 2011 ਮਤਲਬ 2011। ਏਦਾਂ ਮਤਲਬ ਵਮਨਸ ਨੂੰ ਵੋਟ ਦਾ ਰਾਈਟ ਦਿੱਤਾ ਗਿਆ। ਇੰਨੇ ਸਨ ਦੇ ਵਿੱਚ ਵਮਨ ਨੂੰ ਵੋਟ ਦਾ ਰਾਈਟ ਦਿੱਤਾ ਗਿਆ। ਸੋਚੋ ਸਾਊਦੀ ਅਰਬ ਦੇ ਵਿੱਚ 2011 ਦੇ ਵਿੱਚ ਵਮਨ ਨੂੰ ਰਾਈਟ ਟੂ ਵੋਟ ਦਾ ਰਾਈਟ ਦਿੱਤਾ ਗਿਆ। ਕਹਿੰਦੇ ਅੱਜ ਵੀ ਬਹੁਤ ਸਾਰੇ ਏਦਾਂ ਦੇ ਲੋਕ ਮਤਲਬ ਰਿਜਿਡਿਟੀ ਵਿੱਚ ਹੈਗੇ ਨੇ, ਕਠੋਰਤਾ ਦੇ ਵਿੱਚ ਹੈਗੇ ਨੇ, ਜਿਹੜੇ ਅੱਜ ਵੀ ਕਹਿੰਦੇ ਨੇ ਕਿ ਨਹੀਂ ਵਮਨ ਨੂੰ ਰਾਈਟ ਟੂ ਵੋਟ ਦਾ ਰਾਈਟ ਹੋਣਾ ਨਹੀਂ ਚਾਹੀਦਾ। ਕੁਝ ਮੁਸਲਿਮ ਦੇਸ਼ ਦੇ ਲੋਕ ਹੈਗੇ ਨੇ ਜਿਹੜੇ ਕਾਫੀ ਕੱਟੜ ਨੇ। ਉਸ ਤੋਂ ਬਾਅਦ ਕੁਐਸਚਨ ਤੁਹਾਨੂੰ ਆਏਗਾ ਆਰਗੂਮੈਂਟ ਅਗੇਂਸਟ ਵੂਮਨ ਸਫਰੇਜ, ਵੂਮਨ ਫਰੈਂਚਾਈਜ਼। ਕਹਿੰਦੇ ਇਸਤਰੀ ਮਤ ਅਧਿਕਾਰ ਦੇ ਵਿਰੁੱਧ ਦਲੀਲਾਂ ਦਿਓ। ਕਹਿੰਦੇ ਕਿ ਵਮਨ ਨੂੰ ਵੋਟ ਨਹੀਂ ਪਾਣੀ ਚਾਹੀਦੀ, ਇਹਦੇ ਅਗੇਂਸਟ ਕੁਝ ਦਲੀਲਾਂ ਦਿਓ। ਫਸਟ ਅਸੀਂ ਦਵਾਂਗੇ ਵਮਨ ਆਰ ਫਿਜ਼ੀਕਲੀ ਵੀਕ। ਵਮਨ ਫਿਜ਼ੀਕਲੀ ਵੀਕ ਹੁੰਦੀਆਂ ਨੇ, ਠੀਕ ਹੈ, ਆਪਣੀਆਂ ਡਿਊਟੀ ਅੱਛੇ ਤਰੀਕੇ ਨਾਲ ਨਹੀਂ ਨਿਭਾ ਪਾਉਂਦੀਆਂ। ਥੋੜਾ ਜਿਹਾ ਕੋਈ ਸੀਨ ਅਗਰ ਕਹਿ ਲਓ ਕਿ ਹੌਰੀਬਲ ਤਰੀਕੇ ਦਾ ਆ ਜਾਂਦਾ ਹੈ, ਬਹੁਤ ਜਲਦੀ ਡਰ ਜਾਂਦੀਆਂ ਨੇ, ਯੁੱਧ ਤੋਂ ਯਾਨੀ ਕਿ ਵਾਰ ਤੋਂ ਡਰ ਜਾਂਦੀਆਂ ਨੇ, ਵਾਇਲੈਂਸ ਤੋਂ ਡਰ ਜਾਂਦੀਆਂ ਨੇ। ਸੋ ਇਸ ਲਈ ਕਹਿੰਦੇ ਵਮਨਸ ਨੂੰ ਰਾਈਟ ਟੂ ਵੋਟ ਦਾ ਰਾਈਟ ਹੈ ਜਿਹੜਾ ਪ੍ਰੋਵਾਈਡ ਨਹੀਂ ਕਰਨਾ ਚਾਹੀਦਾ। ਪੋਲਿਟਿਕਸ ਇਜ਼ ਦ ਗੇਮ ਆਫ ਦ ਸਕਾਉਂਡਰਲਸ ਮਤਲਬ ਰਾਜਨੀਤੀ ਚਾਲਬਾਜ਼ਾਂ ਦੀ ਖੇਡ ਹੈ। ਦੇਖੋ ਕਹਿੰਦੇ ਵਮਨ ਜਿਹੜੀ ਹੈਗੀ ਆ ਨਾ ਬਹੁਤ ਪਿਓਰੀਫਾਈ ਹੈ, ਠੀਕ ਹੈ। ਇਹਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦੇ ਮਤਲਬ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਸਾਰੇ ਬੈਡ ਪੀਪਲਸ ਹੁੰਦੇ ਨੇ, ਮਤਲਬ ਸਾਰੇ ਬੁਰੇ ਇਨਸਾਨ ਹੁੰਦੇ ਨੇ। ਇਸ ਲਈ ਵਮਨ ਨੂੰ ਚਾਹੀਦਾ ਕਿ ਉਹ ਇੰਨੀ ਪਿਓਰੀਫਾਈ ਹੋ, ਇਹਨਾਂ ਚੀਜ਼ਾਂ ਤੋਂ ਦੂਰ ਰਹੇ, ਠੀਕ ਹੈ। ਉਸ ਤੋਂ ਇਲਾਵਾ ਕਹਿੰਦੇ ਵਮਨ ਸੁਭਾਅ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਕਿ ਸ਼ਾਈ ਨੇਚਰ ਦੀ ਹੁੰਦੀ ਹੈ, ਜਾਂ ਫਿਰ ਕਹਿ ਲਓ ਕਿ ਕਾਫੀ ਜ਼ਿਆਦਾ ਕੋਮਲ ਜੀ ਹੁੰਦੀ ਹੈ। ਸੋ ਕਹਿੰਦੇ ਕਿ ਵਮਨ ਨੂੰ ਚਾਹੀਦਾ ਹੈਗਾ ਵਾ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਨਾ ਕਰੇ, ਠੀਕ ਹੈ, ਬਿਕੋਜ਼ ਪੋਲਿਟਿਕਸ ਇਜ਼ ਅ ਡਰਟੀ ਗੇਮ। ਸੋ ਵਮਨਸ ਨੂੰ ਇਤੋਂ ਸੈਪਰੇਟ ਰਹਿਣਾ ਚਾਹੀਦਾ ਹੈ। ਵਮਨ ਆਰ ਮੈਂਟਲੀ ਵਿਕਰ ਟੂ ਮੈਨ। ਕਹਿੰਦੇ ਜਿਹੜੀ ਵਮਨ ਹੈ ਉਹ ਮਾਨਸਿਕ ਤੌਰ ਤੇ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਕਮਜ਼ੋਰ ਹੁੰਦੀ ਹੈ ਮੈਨ ਦੇ ਮੁਕਾਬਲੇ ਦੇ ਵਿੱਚ। ਉਹ ਜ਼ਿਆਦਾ ਨਹੀਂ ਸੋਚ ਸਕਦੀ ਹੈ, ਕਹਿ ਲਓ ਕਿ ਰਾਜਨੀਤੀ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਜਾਣ ਸਕਦੀ। ਸੋ ਇਸ ਲਈ ਵਮਨ ਨੂੰ ਵੋਟ ਨਹੀਂ ਦੇਣੀ ਚਾਹੀਦੀ। ਹੋਮ ਇਜ਼ ਦ ਫੀਲਡ ਆਫ ਦ ਵਮਨ। ਕਹਿੰਦੇ ਇਸਤਰੀਆਂ ਦਾ ਕਾਰਜ ਖੇਤਰ ਸਿਰਫ ਘਰ ਹੈ, ਮਤਲਬ ਇੱਕ ਵਮਨ ਦਾ ਕੰਮ ਹੈਗਾ ਬੱਚੇ ਪੈਦਾ ਕਰਨਾ, ਬੱਚਿਆਂ ਦੀ ਅਪਬ੍ਰਿੰਗਿੰਗ ਕਰਨਾ, ਫੈਮਿਲੀ ਦੀ ਅਪਬ੍ਰਿੰਗਿੰਗ ਕਰਨਾ, ਦੈਟਸ ਇਟ। ਪੋਸਿਬਿਲਿਟੀ ਆਫ ਦ ਡਿਸਟਰਕਸ਼ਨਸ ਆਫ ਦ ਫੈਮਿਲੀ। ਕਹਿੰਦੇ ਪਰਿਵਾਰ ਜੀਵਨ ਦੇ ਨਸ਼ਟ ਹੋਣ ਦੀ ਸੰਭਾਵਨਾ।
ਕਹਿੰਦੇ ਜਿੱਦਾਂ ਹੀ ਲਾਈਫ ਦੇ ਵਿੱਚ ਵਮਨ ਅੱਗੇ ਵਧੇਗੀ, ਵਮਨ ਆਪਣੇ ਘਰ ਤੋਂ ਬਾਹਰ ਜਾਏਗੀ, ਪੋਲਿਟਿਕਸ ਦੇ ਵਿੱਚ ਜਾਏਗੀ, ਦੈਨ ਕਹਿੰਦੇ ਅਗਰ ਮੈਨ ਤੇ ਵਮਨ ਦੋਵੇਂ ਪੋਲਿਟਿਕਸ ਦੇ ਵਿੱਚ ਨੇ, ਹਸਬੈਂਡ ਔਰ ਵਾਈਫ ਦੋਵੇਂ ਪੋਲਿਟਿਕਸ ਦੇ ਵਿੱਚ ਨੇ, ਹੋ ਸਕਦਾ ਕਹਿੰਦੇ ਉਹਨਾਂ ਦੇ ਪੁਆਇੰਟ ਆਫ ਵਿਊ, ਥਾਟ ਆਫ ਵਿਊ ਇੱਕ ਦੂਸਰੇ ਦੇ ਨਾਲ ਨਾ ਮਿਲਦੇ ਹੋਣ, ਜਿਹਦੇ ਕਰਕੇ ਕਹਿੰਦੇ ਪੋਸੀਬਿਲਿਟੀ ਉਹਨਾਂ ਦੀ ਫੈਮਿਲੀ ਲਾਈਫ ਹੈ ਜਿਹੜੀ ਡਿਸਟਰਕਟ ਹੋ ਜਾਏਗੀ। ਠੀਕ ਹੈ, ਮਤਲਬ ਫੈਮਿਲੀ ਲਾਈਫ ਜਿਹੜੀ ਹੈਗੀ ਹੈ ਡਿਸਟਰੋਏ ਹੋ ਜਾਏਗੀ। ਕਹਿੰਦੇ ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਆਪਣੇ ਫੈਮਿਲੀ ਦੇ ਵਿੱਚ ਰਹਿਣ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ। ਇਟ ਵਿਲ ਲੋਅਰ ਵੂਮਨ ਰਿਸਪੈਕਟ, ਕਹਿੰਦੇ ਜੇ ਰਾਜਨੀਤੀ ਦੇ ਵਿੱਚ ਵੂਮਨਸ ਆ ਜਾਂਦੀਆਂ ਨੇ ਉਹਨਾਂ ਦੀ ਰਿਸਪੈਕਟ ਘਟ ਜਾਂਦੀ ਹੈ। ਠੀਕ ਹੈ, ਬਿਕੋਜ਼ ਰਾਜਨੀਤੀ ਦੇ ਵਿੱਚ ਆ ਕੇ, ਪੋਲਿਟਿਕਸ ਦੇ ਵਿੱਚ ਆ ਕੇ ਝੂਠ ਬੋਲਣਾ ਪੈਂਦਾ ਹੈ, ਇੱਕ ਦੂਜੇ ਨੂੰ ਬੁਰਾ ਕਹਿਣਾ ਪੈਂਦਾ ਹੈ। ਠੀਕ ਹੈ, ਇੱਕ ਦੂਸਰੇ ਦੇ ਨਾਲ ਅਬਿਊਜ਼ ਵਰਡ ਯੂਜ਼ ਕਰਨੇ ਪੈਂਦੇ ਆ। ਸੋ ਕਹਿੰਦੇ ਅਗਰ ਵੂਮਨ ਇਹਦੇ ਵਿੱਚ ਆ ਜਾਂਦੀ ਹੈ ਤਾਂ ਉਹਦੀ ਰਿਸਪੈਕਟ ਘਟ ਜਾਂਦੀ ਹੈ। ਵੂਮਨ ਆਰ ਦਾ ਕੰਜ਼ਰਵੇਟਿਵ ਬਾਈ ਨੇਚਰ, ਕਹਿੰਦੇ ਮੋਸਟਲੀ ਅਗਰ ਦੇਖਿਆ ਜਾਵੇ ਨਾ ਵੂਮਨ ਸੁਭਾਅ ਤੋਂ ਕੰਜ਼ਰਵੇਟਿਵ ਹੁੰਦੀਆਂ ਨੇ, ਮਤਲਬ ਰੂੜੀਵਾਦੀ ਹੁੰਦੀਆਂ ਨੇ। ਵਹਿਮ ਭਰਮ ਮਤਲਬ ਸੁਪਰਸਟੀਸ਼ੀਅਸ ਪਾਵਰ ਦੇ ਉੱਤੇ ਬਿਲੀਵ ਕਰਨਾ ਉਹਨਾਂ ਲਈ ਨਾਰਮਲ ਜੀ ਚੀਜ਼ ਹੁੰਦੀ ਹੈ। ਉਹ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੁੰਦੀਆਂ ਜਿਹੜੀਆਂ ਬੈਕਵਰਡ ਹੁੰਦੀਆਂ ਨੇ। ਠੀਕ ਹੈ, ਸੋ ਕਹਿੰਦੇ ਕਿ ਇਸ ਤਰ੍ਹਾਂ ਜੇ ਅਸੀਂ ਕੋਈ ਨਵਾਂ ਲਾਅ ਪਾਸ ਕਰਨਾ ਹੋਵੇ ਨਾ ਤੇ ਵੂਮਨ ਉਹਦੇ ਵਿੱਚ ਰੁਕਾਵਟ ਪਾ ਸਕਦੀਆਂ ਨੇ। ਸੋ ਇਸ ਲਈ ਵੂਮਨਸ ਨੂੰ ਰਾਈਟ ਟੂ ਵੋਟ ਦਾ ਰਾਈਟ ਨਹੀਂ ਦੇਣਾ ਚਾਹੀਦਾ। ਵੂਮਨ ਸਫਰੇਜ ਇਜ਼ ਟੂ ਦ ਡਬਲ ਦ ਵੋਟ ਆਫ ਦ ਮੈਨ, ਕਹਿੰਦੇ ਮਰਦਾਂ ਦੀ ਵੋਟਾਂ ਨੂੰ ਦੁੱਗਣਾ ਕਰ ਦਿੰਦੀਆਂ ਨੇ। ਨਾਰਮਲ ਜੀ ਗੱਲ ਹੈ ਕਿ ਜਦੋਂ ਵੀ ਸ਼ਾਦੀ ਨਹੀਂ ਹੁੰਦੀ ਉਦੋਂ ਤਾਂ ਜੋ ਫਾਦਰ ਕਹਿੰਦੇ ਨੇ ਉਸ ਅਕੋਰਡਿੰਗ ਵੋਟ ਪਾਉਣੀ ਪੈਂਦੀ ਹੈ, ਜਦੋਂ ਸ਼ਾਦੀ ਹੋ ਜਾਂਦੀ ਹੈ ਹਸਬੈਂਡ ਜੋ ਕਹਿੰਦਾ ਉਸ ਦੇ ਅਕੋਰਡਿੰਗ ਵੋਟ ਪਾਉਣੀ ਪੈਂਦੀ ਹੈ। ਸੋ ਕਹਿੰਦੇ ਨਾਰਮਲ ਜੀ ਗੱਲ ਹੈ ਕਿ ਇਹ ਤਾਂ ਮੈਨ ਦੀਆਂ ਵੋਟਾਂ ਨੂੰ ਡਬਲ ਕਰਨ ਵਾਲਾ ਕੰਮ ਹੈ। ਲੈਸ ਇੰਟਰਸਟ ਆਫ ਮੈਨ ਇਨ ਪੋਲਿਟਿਕਸ, ਕਹਿੰਦੇ ਇਸਤਰੀਆਂ ਦੀ ਰਾਜਨੀਤੀ ਵਿੱਚ ਕੋਈ ਰੁਚੀ ਨਹੀਂ ਹੁੰਦੀ। ਠੀਕ ਹੈ, ਉਹ ਇਸ ਨੂੰ ਇੱਕ ਮੈਨ ਦਾ ਫੀਲਡ ਮੰਨਦੀਆਂ ਨੇ ਕਿ ਹਾਂ ਵੀ ਮੈਨ ਨੂੰ ਇਹਦੇ ਵਿੱਚ ਜਾਣਾ ਚਾਹੀਦਾ, ਮੈਨ ਦਾ ਜ਼ਿਆਦਾ ਇਹਦੇ ਵਿੱਚ ਇੰਟਰਸਟ ਹੈਗਾ, ਜਿਹਦੇ ਕਾਰਨ ਖੁਦ ਵੂਮਨਸ ਨੂੰ ਕਿਸੇ ਟਾਈਪ ਦੀ ਪੋਲਿਟਿਕਸ ਦੇ ਬਾਰੇ ਨੌਲੇਜ ਨਹੀਂ ਹੈ, ਸੋ ਉਸ ਨੂੰ ਨਹੀਂ ਜਾਣਾ ਚਾਹੀਦਾ। ਇਟ ਵਿਲ ਡਿਸਟਰੋਏ ਦ ਨੇਚਰ ਆਫ ਦ ਕੁਆਲਿਟੀ ਆਫ ਦ ਵੂਮਨ, ਕਹਿੰਦੇ ਕਿ ਇਸ ਨਾਲ ਇਸਤਰੀਆਂ ਦੇ ਕੁਦਰਤੀ ਗੁਣਾਂ ਦਾ ਨਾਸ਼ ਹੋ ਜਾਏਗਾ। ਵੂਮਨਸ ਦੇ ਜੋ ਨੇਚਰ ਆ ਕਹਿੰਦੇ ਉਹ ਲਵੇਬਲ ਹੈ, ਕਾਈਂਡਨੈਸ ਹੈ, ਠੀਕ ਹੈ, ਬਹੁਤ ਸੌਫਟ ਹੈ, ਇਹ ਵੂਮਨ ਦਾ ਨੇਚਰ ਹੈ। ਜਿੱਦਾਂ ਹੀ ਉਹ ਪੋਲਿਟਿਕਸ ਦੇ ਵਿੱਚ ਆਏਗੀ ਉਹ ਕੀ ਬਣ ਜਾਏਗਾ, ਮਤਲਬ ਪੋਲਿਟਿਕਸ ਦੇ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਬੁਰਾਈਆਂ ਹੈਗੀਆਂ ਨੇ, ਇਸ ਤਰ੍ਹਾਂ ਇੱਕ ਦੂਜੇ ਨੂੰ ਬੋਲਿਆ ਜਾਂਦਾ ਹੈ, ਘਟੀਆ ਬਿਹੇਵ ਕੀਤਾ ਜਾਂਦਾ ਹੈ। ਸੋ ਉਹ ਜਿਹੜੀ ਡਰਟੀ ਗੇਮ ਆ ਨਾ ਉਹਦੇ ਵਿੱਚ ਉਹ ਫਸ ਜਾਣਗੇ। ਸੋ ਇਸ ਤਰ੍ਹਾਂ ਨਹੀਂ ਕਹਿੰਦੇ ਹੋਣਾ ਚਾਹੀਦਾ। ਵੂਮਨ ਆਰ ਜਨਰਲੀ ਇਮੋਸ਼ਨਲ, ਕਹਿੰਦੇ ਵੂਮਨ ਬਹੁਤ ਭਾਵੁਕ ਹੁੰਦੀਆਂ ਨੇ, ਬਹੁਤ ਜਲਦੀ ਇਮੋਸ਼ਨਲ ਹੋ ਜਾਂਦੀਆਂ ਨੇ। ਠੀਕ ਹੈ, ਤੂੰ ਹਮੇਸ਼ਾ ਹੀ ਮਤਲਬ ਹਰੇਕ ਕੰਮ ਜਿਹੜਾ ਹੈਗਾ ਵਾ ਸੋਚ ਸਮਝ ਕੇ ਨਹੀਂ ਕਰਦੀਆਂ। ਠੀਕ ਹੈ, ਸੋ ਕਹਿੰਦੇ ਕਿ ਸੋ ਇਸ ਤਰ੍ਹਾਂ ਦਾ ਚੀਜ਼ਾਂ ਪੋਲਿਟਿਕਸ ਦੇ ਵਿੱਚ ਨਹੀਂ ਚੱਲਦੀਆਂ। ਵੂਮਨ ਜਿਹੜੀਆਂ ਹੁੰਦੀਆਂ ਇਮੋਸ਼ਨਲ ਦੇ ਵਿੱਚ ਆ ਕੇ ਕੋਈ ਨਾ ਕੋਈ ਡਿਸੀਜ਼ਨ ਲੈ ਲੈਂਦੀਆਂ ਨੇ, ਜਿਹਦੇ ਕਰਕੇ ਉਹ ਪੋਲਿਟਿਕਸ ਦੇ ਲਈ ਠੀਕ ਨਹੀਂ ਹੈ। ਇਸ ਲਈ ਵੂਮਨਸ ਨੂੰ ਰਾਈਟ ਟੂ ਵੋਟ ਦਾ ਰਾਈਟ ਨਹੀਂ ਪ੍ਰੋਵਾਈਡ ਹੋਣਾ ਚਾਹੀਦਾ। ਓਕੇ, ਨੈਕਸਟ ਆਨੇ ਆ ਜੀ ਆਰਗੂਮੈਂਟ ਇਨ ਫੇਵਰ ਆਫ ਦ ਵੂਮਨ ਸਫਰੇਜ, ਮਤਲਬ ਵੂਮਨ ਨੂੰ ਰਾਈਟ ਟੂ ਵੋਟ ਦਾ ਰਾਈਟ ਪ੍ਰੋਵਾਈਡ ਹੋਣਾ ਚਾਹੀਦਾ। ਇਸ ਦੇ ਲਈ ਕਹਿੰਦੇ ਡਿਸਟਿੰਕਸ਼ਨ ਔਨ ਦ ਬੇਸਿਸ ਆਫ ਜੈਂਡਰ ਇਜ਼ ਨਾਟ ਪ੍ਰੋਪਰ, ਲਿੰਗ ਦੇ ਆਧਾਰ ਤੇ ਵਿਤਕਰਾ ਠੀਕ ਨਹੀਂ। ਅੱਜ 20 ਸੈਂਚੁਰੀ ਹੈ। ਠੀਕ ਹੈ, ਮੈਨ ਵੂਮਨ ਦੋਵੇਂ ਇੱਕੋ ਜਿਹੇ ਨੇ। ਠੀਕ ਹੈ, ਕੋਈ ਅਪ ਨਹੀਂ ਹੈ, ਕੋਈ ਲੋਅਰ ਨਹੀਂ ਹੈ। ਸੋ 21 ਸੈਂਚੁਰੀ ਦੇ ਵਿੱਚ ਆ ਕੇ, ਸੌਰੀ 21 ਸੈਂਚੁਰੀ ਬੋਲਣਾ ਸੀ, 21 ਸੈਂਚੁਰੀ ਦੇ ਵਿੱਚ ਆ ਕੇ ਵੀ ਤੁਸੀਂ ਲੋਕ ਡਿਸਕ੍ਰਿਮੀਨੇਸ਼ਨ ਕਰੋਗੇ ਮੈਨ ਤੇ ਵੂਮਨ ਦਾ, ਜੋ ਚੀਜ਼ਾਂ ਠੀਕ ਨਹੀਂ ਹੈ। ਵੂਮਨ ਆਰ ਨਾਟ ਮੈਂਟਲੀ ਇਨਫੀਰੀਅਰ ਟੂ ਮੈਨ, ਇਸਤਰੀਆਂ ਦਿਮਾਗ ਦੇ ਤੌਰ ਤੇ ਮੈਨ ਦੇ ਨਾਲੋਂ ਘੱਟ ਨਹੀਂ ਆ, ਹਰ ਚੀਜ਼ ਦੇ ਵਿੱਚ, ਹਰ ਫੀਲਡ ਦੇ ਵਿੱਚ। ਈਵਨ ਕਿ ਅਗਰ ਮੈਰਿਟ ਲਿਸਟ ਆਉਂਦੀ ਹੈ ਸਭ ਤੋਂ ਪਹਿਲਾਂ ਉਹਦੇ ਵਿੱਚ ਵੂਮਨਸ ਹੁੰਦੀਆਂ ਨੇ, ਫਿਰ ਮੈਨ ਹੁੰਦੇ ਨੇ। ਸੋ ਅਗਰ ਦਿਮਾਗ ਦੇ ਤੌਰ ਤੇ ਦੇਖਿਆ ਜਾਵੇ ਤਾਂ ਕਹਿੰਦੇ ਉਹਨਾਂ ਤੋਂ ਬਹੁਤ ਜ਼ਿਆਦਾ ਅੱਗੇ ਨੇ। ਵੂਮਨ ਹੈਵ देयर ਓਨ ਪ੍ਰੋਬਲਮਸ, ਵੂਮਨਸ ਦੀਆਂ ਵੀ ਕਹਿੰਦੇ ਆਪਣੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਨੂੰ ਪੋਲਿਟਿਕਸ ਦੇ ਵਿੱਚ ਮੈਨ ਆ ਜਾਂਦੇ ਆ ਤਾਂ ਸੋਲਵ ਨਹੀਂ ਕਰ ਪਾਉਂਦੇ। ਇਸ ਲਈ ਬੈਟਰ ਆ ਕੋਈ ਵੂਮਨ ਖੜਦੀ ਹੈ, ਕਿਉਂਕਿ ਵੂਮਨਸ ਨੂੰ ਵੂਮਨਸ ਦੇ ਬਾਰੇ ਵਿੱਚ ਪਤਾ ਹੋਏਗਾ। ਸੋ ਇਸ ਲਈ ਵੂਮਨ ਦਾ ਖੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਫਿਰ ਇਸ ਤਰ੍ਹਾਂ ਇੱਕ ਵੂਮਨਸ ਨੂੰ ਵੀ ਆਪਣੇ ਕੈਂਡੀਡੇਟ ਨੂੰ ਸਿਲੈਕਟ ਕਰਨ ਦਾ ਮੌਕਾ ਮਿਲਦਾ ਹੈ। ਵੂਮਨ ਫਰੈਂਚਾਈਜ਼ ਡਜ਼ ਨਾਟ ਅਪਸੈਟ ਫੈਮਿਲੀ ਲਾਈਫ, ਕਹਿੰਦੇ ਵੂਮਨਸ ਦੇ ਆਉਣ ਜਾਣ ਦੇ ਨਾਲ ਫੈਮਿਲੀ ਲਾਈਫ ਉਹਦੀ ਕੋਈ ਖਰਾਬ ਨਹੀਂ ਹੁੰਦੀ। ਨਾ ਕਹਿੰਦੇ ਮੈਨ ਤੇ ਜਿਹੜੇ ਹਸਬੈਂਡ ਤੇ ਵਾਈਫ ਨੇ ਉਹਨਾਂ ਦੇ ਕੋਈ ਵਿਚਾਰ ਅਲੱਗ-ਅਲੱਗ ਹੁੰਦੇ ਨੇ, ਕੁਝ ਨਹੀਂ ਕਹਿੰਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ।
ਸਗੋਂ ਕਿ ਉਹਨਾਂ ਦੇ ਵਿਚਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਮੇਲ ਮਿਲਾਪ ਹੋ ਜਾਂਦਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਪ੍ਰੋਬਲਮ ਨੂੰ ਕ੍ਰੀਏਟ ਕਰਨ ਹੀ ਨਹੀਂ ਦਿੰਦਾ। ਠੀਕ ਹੈ, ਸੋ ਕਹਿੰਦੇ ਕਿ ਵਮਨ ਜਿਹੜੀ ਹੈਗੀ ਆ ਉਹ ਅੱਛੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਹੈਂਡਲ ਵੀ ਕਰ ਲੈਂਦੀ ਹੈ, ਸਮਝ ਵੀ ਲੈਂਦੀ ਹੈ, ਤੇ ਇਸ ਦੇ ਨਾਲ ਉਹਦੀ ਫੈਮਿਲੀ ਲਾਈਫ ਨੂੰ ਕੋਈ ਸਫਰ ਨਹੀਂ ਕਰਨਾ ਪੈਂਦਾ। ਸੋ ਜਿੱਦਾਂ ਸਮ੍ਰਿਤੀ ਇਰਾਨੀ ਹੋ ਗਈ, ਸੋਨੀਆ ਗਾਂਧੀ ਹੋ ਗਈ, ਸਾਰੇ ਪੋਲਿਟਿਕਸ ਦੇ ਵਿੱਚ ਪਰਸਨ ਨੇ ਨਾ। ਨਵਜੋਤ ਸਿੰਘ ਸਿੱਧੂ ਹੋ ਗਿਆ, ਨਵਜੋਤ ਸਿੰਘ ਸਿੱਧੂ ਦੀ ਵਾਈਫ ਹੋ ਗਈ, ਇਹ ਵੀ ਦੋਵੇਂ ਪੋਲਿਟਿਕਸ ਦੇ ਵਿੱਚ ਆਏ ਕਿ ਇਹਨਾਂ ਦੇ ਨਾਲ ਆਉਣ ਦੇ ਨਾਲ ਇਹਨਾਂ ਦੀ ਫੈਮਿਲੀ ਲਾਈਫ ਡਿਸਟਰੋਏ ਹੋਈ ਨਹੀਂ ਹੋਈ। ਸੋ ਏਦਾਂ ਕਿੱਦਾਂ ਕਿਹਾ ਜਾ ਸਕਦਾ ਹੈ ਕਿ ਵਮਨ ਦੇ ਆਉਣ ਦੇ ਨਾਲ ਫੈਮਿਲੀ ਲਾਈਫ ਖਰਾਬ ਹੋ ਜਾਂਦੀ ਹੈ? ਨਹੀਂ ਹੁੰਦੀ। ਲਾ ਆਰ ਦਾ ਸਟੇਟ ਇਕੁਅਲੀ ਅਫੈਕਟ ਆਲ। ਕਹਿੰਦੇ ਰਾਜ ਦੇ ਕਾਨੂੰਨ ਸਾਰਿਆਂ ਨੂੰ ਸਮਾਨ ਰੂਪ ਵਿੱਚ ਪ੍ਰਭਾਵਿਤ ਕਰਦੇ ਆ। ਕਹਿੰਦੇ ਕੋਈ ਲਾ ਬਣਾਇਆ ਜਾਂਦਾ ਹੈ, ਮੈਨ ਤੇ ਵੀ ਸੇਮ ਅਪਲਾਈ ਹੁੰਦਾ ਹੈ, ਵਮਨ ਤੇ ਵੀ ਅਪਲਾਈ ਹੁੰਦਾ ਹੈ। ਫਿਰ ਉਸੇ ਲਾਅ ਨੂੰ ਬਣਾਉਣ ਵਾਲੇ ਬੰਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਸਿਲੈਕਟ ਕਰਨ ਦੇ ਵਿੱਚ ਫਿਰ ਵਮਨ ਕਿਉਂ ਨਹੀਂ? ਅਗਰ ਲਾ ਸਾਡੇ ਸਭ ਤੇ ਲਾਗੂ ਹੁੰਦਾ ਹੈ ਨਾ, ਤੇ ਵੋਟ ਦਾ ਅਧਿਕਾਰ ਵੀ ਫਿਰ ਸਭ ਨੂੰ ਦੇਣਾ ਚਾਹੀਦਾ। ਠੀਕ ਹੈ, ਮੈਟਰ ਨਹੀਂ ਕਰਦਾ ਮੈਨ ਹੈ ਵਮਨ ਹੈ, ਨਥਿੰਗ। Dental of a franchised woman shall be the undemocratic। ਕਹਿੰਦੇ ਅਗਰ ਵਮਨ ਨੂੰ ਤੁਸੀਂ ਰਾਈਟ ਟੂ ਵੋਟ ਦਾ ਰਾਈਟ ਨਹੀਂ ਪ੍ਰੋਵਾਈਡ ਕਰਵਾਉਂਦੇ, ਇਹਦਾ ਮਤਲਬ ਹੈ ਤੁਸੀਂ ਤਾਂ ਅਨਡੈਮੋਕ੍ਰੈਟਿਕ ਹੋ। ਕਿਉਂਕਿ ਡੈਮੋਕ੍ਰੈਟਿਕ ਸੋਸਾਇਟੀ ਵਿੱਚ ਤਾਂ ਇਹੀ ਲਿਖਿਆ ਹੈ ਕਿ ਕਿਸੇ ਨਾ ਕਾਸਟ, ਕਲਰ, ਜੈਂਡਰ ਤੇ ਬੇਸ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ, ਕਿਸੇ ਨੂੰ ਇਹਨਾਂ ਚੀਜ਼ਾਂ ਤੋਂ ਕੋਈ ਅਲੱਗ ਨਹੀਂ ਰੱਖਣਾ। ਫਿਜ਼ੀਕਲੀ ਵੀਕ ਨੀਡ ਦਾ ਰਾਈਟ ਟੂ ਵੋਟ ਆਲ ਦਾ ਮੋਰ। ਕਹਿੰਦੇ ਜੇ ਤੁਸੀਂ ਵਮਨ ਨੂੰ ਫਿਜ਼ੀਕਲ ਬੇਸਿਸ ਦੇ ਉੱਤੇ ਇੰਨਾ ਹੀ ਕਮਜ਼ੋਰ ਮੰਨਦੇ ਹੋ, ਫਿਰ ਤਾਂ ਉਹਨੂੰ ਵੋਟ ਦਾ ਰਾਈਟ ਦਿਓ। ਕਿਉਂਕਿ ਵੀਕ ਪਰਸਨ ਨੂੰ ਤਾਂ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿ ਉਹਦੀ ਪ੍ਰੋਟੈਕਸ਼ਨ ਕੀਤੀ ਜਾਵੇ। ਸੋ ਕਹਿੰਦੇ ਫਿਰ ਤਾਂ ਵੂਮਨ ਨੂੰ ਰਾਈਟ ਟੂ ਵੋਟ ਦਾ ਰਾਈਟ ਦੇਣਾ ਚਾਹੀਦਾ, ਅਗਰ ਇਸ ਬੇਸ ਤੇ ਕਹਿ ਰਹੇ ਹੋ ਕਿ ਵੂਮਨ ਬਹੁਤ ਵੀਕ ਨੇ। ਵੂਮਨ ਐਂਟਰੀ ਇਨਟੂ ਪੋਲਿਟਿਕਸ ਮੇ ਪਿਓਰਿਟੀ ਇਟ। ਕਹਿੰਦੇ ਜੇ ਵੂਮਨਸ ਪੋਲਿਟਿਕਸ ਦੇ ਵਿੱਚ ਆ ਜਾਣਗੀਆਂ ਫਿਰ ਪੋਲਿਟਿਕਸ ਵੀ ਪਿਓਰੀਫਾਈ ਹੋ ਜਾਏਗੀ। ਕਿਉਂਕਿ ਪੋਲਿਟਿਕਸ ਦੇ ਵਿੱਚ ਮੋਸਟਲੀ ਚਲਾਕ, ਕਲੈਵਰ, ਡਰਟੀ ਪਰਸਨ ਰਹਿੰਦੇ ਨੇ, ਵੂਮਨਸ ਨੂੰ ਬਹੁਤ ਪਿਓਰੀਫਾਈ ਮੰਨਿਆ ਜਾਂਦਾ ਵਾ। ਸੋ ਅਗਰ ਵਮਨਸ ਆਂਦੀ ਹੈ ਤਾਂ ਇਹਦਾ ਮਤਲਬ ਹੈ ਕਿ ਪੋਲਿਟਿਕਸ ਤਾਂ ਬਹੁਤ ਵਧੀਆ ਹੋ ਜਾਏਗੀ, ਬਹੁਤ ਅੱਛੀ ਹੋ ਜਾਏਗੀ। ਠੀਕ ਹੈ, ਫॉर एग्जांपल ਦੇ ਤੌਰ ਤੇ ਇੰਦਰਾ ਗਾਂਧੀ, ਮਾਰਗਰੇਟ ਥੈਚਰ, ਗੋਲਡਾ ਮੇयर, ਚੰਦਰਿਕਾ ਕੁਮਾਰ ਤੁੰਗਾ, ਬੇਗਮ ਖਾਲਿਦਾ ਜ਼ਿਆ, ਇਹ ਸਾਰੇ ਕੀ ਨੇ? ਵਮਨਸ ਨੇ ਨਾ, ਪੋਲਿਟਿਕਸ ਦੇ ਵਿੱਚ ਆਈਆਂ ਨੇ ਤੇ ਬਹੁਤ ਅੱਛੀਆਂ ਸਿਆਸਤਦਾਨ ਰਹਿ ਚੁੱਕੀਆਂ ਨੇ। ਇੱਕ ਲੇਡੀ ਦੇ ਤੌਰ ਤੇ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਨੇ। ਐਨਲਾਈਟਡ ਵੂਮਨ ਆਰ ਦਾ ਪ੍ਰੋਗਰੈਸਿਵ। ਜਾਗਰੂਕ ਇਸਤਰੀਆਂ ਅਗਾਂਹਵਾਧੂ ਹੁੰਦੀਆਂ ਨੇ। ਮਤਲਬ ਇਹ ਕਹਿਣਾ ਮੈਂ ਪਹਿਲਾਂ ਬੋਲਿਆ ਸੀਗਾ ਕਿ ਇਸਤਰੀਆਂ ਕੰਜ਼ਰਵੇਟਿਵ ਨੇ, ਵਮਨ ਕੰਜ਼ਰਵੇਟਿਵ ਨੇ, ਵਮਨ ਨੂੰ ਵੋਟ ਦਾ ਰਾਈਟ ਨਹੀਂ ਦੇਣਾ ਚਾਹੀਦਾ। ਕਹਿੰਦੇ ਜਿਹੜੀਆਂ ਵਮਨਸ ਐਜੂਕੇਟਡ ਨੇ, ਜਿਹੜੀਆਂ ਹਰ ਫੀਲਡ 'ਚ ਬਹੁਤ ਅੱਛੀਆਂ ਨੇ, ਕਹਿੰਦੇ ਅੱਜ ਉਹ ਸਾਇੰਟੀਫਿਕ ਮੈਥਡ ਤੇ ਹਰੇਕ ਚੀਜ਼ ਨੂੰ ਸੋਚ ਰਹੀਆਂ ਨੇ। ਸੋ ਜ਼ਰੂਰਤ ਹੈ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਤਾਂ ਜੋ ਸਾਡਾ ਜਿਹੜਾ ਸਮਾਜ ਹੈ ਉਹ ਪ੍ਰੋਗਰੈਸ ਕਰ ਪਾਵੇ। ਕਲੋਜ਼ ਰਿਲੇਸ਼ਨਸ਼ਿਪ ਬਿਟਵੀਨ ਪੋਲੀਟੀਕਲ ਰਾਈਟ ਐਂਡ ਸਿਵਲ ਰਾਈਟ। ਕਹਿੰਦੇ ਰਾਜਨੀਤਿਕ ਅਧਿਕਾਰ ਤੇ ਨਾਗਰਿਕ ਅਧਿਕਾਰਾਂ ਵਿਚਕਾਰ ਗੂੜੇ ਸੰਬੰਧ। ਦੇਖੋ ਪੋਲਿਟਿਕਸ ਦੇ ਵਿੱਚ ਬਹੁਤ ਕਲੋਜ਼ ਰਿਲੇਸ਼ਨ ਨੇ, ਕਿਹਨਾਂ 'ਚ? ਰਾਜਨੀਤੀ ਤੇ ਨਾਗਰਿਕ ਦੇ ਵਿੱਚ ਬਹੁਤ ਕਲੋਜ਼ ਰਿਲੇਸ਼ਨ ਹੈ। ਸੋ ਕਹਿੰਦੇ ਕਿ ਪੋਲੀਟੀਕਲ ਰਾਈਟ ਜਿਹੜੇ ਹੈਗੇ ਨੇ ਮੈਨ ਤੇ ਵਮਨ ਦੋਵਾਂ ਤੇ ਲਾਗੂ ਹੁੰਦੇ ਨੇ। ਸੋ ਜੇਸ ਮਿਲ ਨਾਂ ਦਾ ਇੱਕ ਰਾਈਟਰ ਹੈ ਜਿਹੜਾ ਇਹਦੀ ਐਗਜ਼ਾਮਪਲ ਦੇ ਰਿਹਾ ਹੈ ਕਿ ਮੈਂ ਰਾਜਨੀਤਿਕ ਅਧਿਕਾਰਾਂ ਦੇ ਸੰਬੰਧ ਵਿੱਚ ਇਸਤਰੀ ਤੇ ਪੁਰਸ਼ ਦੇ ਅੰਤਰ ਨੂੰ ਉਸੇ ਤਰ੍ਹਾਂ ਅਣਉਚਿਤ ਸਮਝਦਾ ਹਾਂ ਜਿਸ ਤਰ੍ਹਾਂ ਕਿ ਵਾਲਾਂ ਦੇ ਰੰਗਾਂ ਦੇ ਵਿੱਚ ਅੰਤਰ ਨੂੰ। ਮਤਲਬ ਉਹਦੇ ਕਹਿਣ ਦਾ ਜਿੱਦਾਂ ਤੁਹਾਡੇ ਵਾਲ ਵਾਈਟ ਨੇ, ਬਲੈਕ ਨੇ, ਬਰਾਊਨ ਨੇ, ਗੋਲਡਨ ਨੇ, ਵਟਐਵਰ, ਵਾਲ ਤਾਂ ਵਾਲ ਹੀ ਨੇ ਨਾ, ਹੇਅਰ ਤੋਂ ਹੇਅਰ ਹੀ ਨੇ ਨਾ। ਸੋ ਇਸ ਤਰ੍ਹਾਂ ਸਮਾਜ ਦੇ ਵਿੱਚ ਮੈਨ ਵਮਨ ਰਹਿੰਦੇ ਨੇ ਤਾਂ ਹੈ ਤਾਂ ਉਹ ਇਨਸਾਨ ਹੀ ਨਹੀਂ ਨਾ, ਇਹਨਾਂ ਦੇ ਵਿੱਚ ਅੰਤਰ ਕਿਉਂ? ਠੀਕ ਹੈ, ਵਮਨ ਨੂੰ ਤਾਂ ਕਹਿੰਦੇ ਜ਼ਿਆਦਾ ਰਾਈਟਸ ਦੀ ਜ਼ਰੂਰਤ ਹੈ ਕਿਉਂਕਿ ਸਮਾਜ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਕਮਜ਼ੋਰ ਵਸਤੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਉਹ ਬਹੁਤ ਕਮਜ਼ੋਰ ਹੈ, ਆਪਣਾ ਧਿਆਨ ਆਪ ਨਹੀਂ ਰੱਖ ਸਕਦੀ। ਤਾਂ ਕਹਿੰਦੇ ਸਮਾਜ ਦੇ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ।
ठीक है, प्रोटेक्शन दी। राइट टू वोट इज नॉट ए हिंड्रेंस इन द नेचुरल मिशंस ऑफ मैन वमन। ਕਹਿੰਦੇ ਮਤ ਅਧਿਕਾਰ ਇਸਤਰੀਆਂ ਦੇ ਕੁਦਰਤੀ ਅਧਿਕਾਰਾਂ ਦੇ ਵਿੱਚ ਕੋਈ ਰੁਕਾਵਟ ਨਹੀਂ। ਕਹਿੰਦੇ ਠੀਕ ਹੈ, ਮੰਨ ਲਿਆ ਕਿ ਵਮਨ ਦਾ ਕੰਮ ਹੁੰਦਾ ਹੈ ਬੱਚੇ ਨੂੰ ਜਨਮ ਦੇਣਾ, ਉਸਦੀ ਅਪਬ੍ਰਿੰਗਿੰਗ ਕਰਨਾ। ਕਹਿੰਦੇ ਇਹ ਕਹਿ ਦੇਣਾ ਕਿ ਉਹਦਾ ਕੰਮ ਜਸਟ ਇੰਨਾ ਕੀ ਹੈ, ਇਸ ਦੇ ਬੇਸ ਤੇ ਉਸਨੂੰ ਵੋਟ ਨਹੀਂ ਦਿੱਤੀ ਜਾਣੀ ਚਾਹੀਦੀ, ਕਹਿੰਦੇ ਇਹ ਤਾਂ ਕੋਈ ਵਿਚਾਰ ਨਹੀਂ ਹੈ, ਇਹ ਤਾਂ ਕੋਈ ਬੇਸ ਹੀ ਨਹੀਂ ਬਣਿਆ। ਅੱਜ ਕਹਿੰਦੇ ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ, ਜਾਪਾਨ, ਕਹਿੰਦੇ ਸਾਰੀ ਜਗ੍ਹਾ ਦੇ ਵਿੱਚ ਵਮਨਸ ਨੂੰ ਰਾਈਟ ਟੂ ਵੋਟ ਦਾ ਰਾਈਟ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਚੱਲ ਵੀ ਰਿਹਾ ਹੈ। ਹਿਸਟੋਰੀਕਲ ਸਪੋਰਟ ਮਤਲਬ ਇਤਿਹਾਸਿਕ ਸਮਰਥਨ। ਇਤਿਹਾਸ ਕਹਿੰਦੇ ਇਸ ਗੱਲ ਦਾ ਗਵਾਹ ਵਾ ਕਿ ਇੰਗਲੈਂਡ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ, ਭਾਰਤ ਦੀ ਸ਼੍ਰੀਮਤੀ ਇੰਦਰਾ ਗਾਂਧੀ, ਇਜ਼ਰਾਈਲ ਦੀ ਸ਼੍ਰੀਮਤੀ ਗੋਲਡਾ ਮੇਰ, ਫਿਲੀਪੀਨਜ਼ ਦੀ ਸ਼੍ਰੀਮਤੀ ਐਕੋਨੋ, ਸ਼੍ਰੀਲੰਕਾ ਦੇ ਵਿੱਚ ਸ਼੍ਰੀਮਤੀ ਕੁਮਾਰਤੁੰਗਾ, ਬੰਗਲਾਦੇਸ਼ ਦੇ ਵਿੱਚ ਸ਼੍ਰੀ ਬੇਗਮ ਖਾਲਿਦਾ ਜ਼ਿਆ। तो कहते बहुत सारिया एग्जाम्पल मिलदियां ने जिहदे विच एक वमन ने हैरान कर देण वालियां जिहड़ियां हैगियां सोसाइटी दे विच अपने आप नूं अपलिफ्ट करन दे काम कीते होए आ। सो कहते ये कह देना कि वमन का काम जस्ट इन्ना की है, इस तो वध के वमन काम नहीं कर सकदियां, कहते कोई ठीक नहीं है। इस दे नाल ही चैप्टर का दूसरा क्वेश्चन असीं स्टार्ट करदे आ, यूनिवर्सल अडल्ट फ्रेंचाइज मतलब सार्वजनिक बालग मत अधिकार। क्लियर? सार्वजनिक बालग मत अधिकार यानी कि यूनिवर्सल अडल्ट फ्रेंचाइज का मतलब है बिना किसी तरीके दे, बिना किसी भेदभाव दे, बिना किसी डिस्क्रिमिनेशन दे सारे लोकां नूं राइट टू वोट का राइट है। किसी नाल भी जात, धर्म, नस्ल के आधार ते कोई वितकरा नहीं किया जा सकता। हरेक नूं राइट टू वोट का राइट प्रोवाइड है। कहते वाई ओनली अडल्ट बी गिवन राइट टू वोट। कहते सिर्फ अडल्ट नूं ही क्यों राइट टू वोट का राइट है। अगर ये क्वेश्चन किया जाए तो ਇਹਦਾ उत्तर ये होएगा, ਇਹਦਾ आंसर ये होएगा कि अगर ਅਸੀਂ देखते हैं कि 4 ਤੋਂ 10 साल का बच्चा ਇਹਨੂੰ राइट टू वोट का राइट मैं दे देवां तो शायद ਇਹਨੂੰ समझ भी ना आवे। ठीक है, सो कहते कि ये अपनी राइट टू वोट नूं अगर यूज कर भी लेंदे आ ते शायद इन्हां नूं पता ही ना लगे कि किसनूं वोट देनी है। सो कहते कि अज रूस, भारत, अमेरिका, इंग्लैंड कहते 18 कहते राज्यां दे विच 18 साल है, मतलब 18 साल का जिहड़ा व्यक्ति हो जाएगा ते उन्होंने वोट का अधिकार दे दिता जाएगा। कुछ देश कहते 21 साल की जो उम्र बंदे की हो जाती है उदों वोट का अधिकार दिंदे ने। फिर भी कहते घटा के 18 साल तक कर दी गई है जिहड़ियां कंट्री डेमोक्रेटिक ने। ठीक, सो असीं यही कहांगे कि इसलिए नहीं छोटे बच्चों नूं वोट का राइट दिता गया बिकॉज उन्हां च समझ शक्ति नहीं हुंदी। एक समझ शक्ति नूं बनन दे लई एटलीस्ट उन्हां दा अडल्ट होना जरूरी, मतलब 18 साल का होना जरूरी है, फिर उदों राइट टू वोट का राइट दिता जांदा वा। क्लियर? आर्गूमेंट इन फेवर ऑफ ए यूनिवर्सल अडल्ट फ्रेंचाइज मतलब कहंदे कि सार्वजनिक बालग मत अधिकार दे हक दे विच दलीलां दिओ कि हाँ राइट टू वोट का राइट देना चाहिए। पहला, इट इज अकॉर्डिंग टू द डेमोक्रेटिक प्रिंसिपल, कहंदे लोकतंत्री सिद्धांतां दे अनुसार है। ठीक है, यह सरकार लई लोक कहंदे डेमोक्रेसी ऑफ द पीपल, फॉर द पीपल, बाय द पीपल, मतलब डेमोक्रेसी लोकां लई, लोकां द्वारा, लोकां दी सरकार है। सो इसलिए इसनूं बनांदे टाइम हर पर्सन का एक पार्टिसिपेट होना जरूरी है, इसलिए राइट टू वोट का राइट हर किसी नूं देना चाहिए है। राइट यूज ऑफ सोवरन पावर सार्वजनिक शक्ति की ठीक वरतों। देखो कहते सारियां पावर हुंदियां तां एक किस्म दियां पब्लिक दे कोल ही ने। पब्लिक अपनी पावर दे द्वारा किसी नूं सिलेक्ट करदी है। ठीक है, ਹੁਣ अगर वो परसन ਨੂੰ ਕਿਸੇ ਨੂੰ ਸਿਲੈਕਟ ਕਰਦੀ ਹੈਗੀ ਆ ਤੇ ਉਹ ਪਰਸਨ ਰਿਸਪੌਂਸਿਬਲ ਤਰੀਕੇ ਦੇ ਨਾਲ ਤਾਂ ਹੀ ਕੰਮ ਕਰ ਸਕੇਗਾ ਜੇ ਤੁਸੀਂ ਵਾਕਈ ਹੀ ਉਸ ਨੂੰ ਰਾਈਟ ਟੂ ਵੋਟ ਦਾ ਰਾਈਟ ਦੇ ਦਿੰਦੇ ਹੋ। ਇਟ ਇਜ਼ ਬੇਸਡ ਔਨ ਦ ਪ੍ਰਿੰਸੀਪਲ ਆਫ ਇਕੁਐਲਿਟੀ, ਕਹਿੰਦੇ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੈ। मतलब
ਕਹਿੰਦੇ ਵਿਅਕਤੀ ਦੇ ਵਿਕਾਸ ਲਈ ਹਰ ਇੱਕ ਨੂੰ ਇਕੁਅਲ ਤਰੀਕੇ ਦੇ ਮੌਕੇ ਦੇਣੇ ਚਾਹੀਦੇ ਆ ਤੇ ਇਹ ਤਾਂ ਹੀ ਹੋ ਸਕਦਾ ਵਾ ਜੇ ਤੁਸੀਂ ਹਰ ਇੱਕ ਵਿਅਕਤੀ ਨੂੰ ਇਕੁਅਲ ਤਰੀਕੇ ਦੇ ਰਾਈਟ ਦੇ ਦਿਓ, ਚਾਹੇ ਉਹ ਸੋਸ਼ਲ ਬੇਸਿਸ ਤੇ ਆ, ਇਕਨੋਮਿਕ ਬੇਸਿਸ ਤੇ ਆ, ਪੋਲੀਟੀਕਲ ਬੇਸਿਸ ਤੇ ਆ, ਤੇ ਕਿਸੇ ਨਾਲ ਵੀ ਕਲਰ ਕਾਸਟ ਦੇ ਬੇਸ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ, ਸਭ ਨੂੰ ਇਕੁਐਲਿਟੀ ਦੇਣੀ ਆ, ਸਭ ਨੂੰ ਸਮਾਨ ਮੌਕੇ ਦੇਣੇ ਆ। ਕਲੀਅਰ? ਸਿਟੀਜ਼ਨ ਗੈਟ ਪੋਲੀਟੀਕਲ ਐਜੂਕੇਸ਼ਨ ਮਤਲਬ ਕਹਿੰਦੇ ਨਾਗਰਿਕਾਂ ਨੂੰ ਇਸ ਤੋਂ ਪੋਲੀਟੀਕਲ ਐਜੂਕੇਸ਼ਨ ਮਿਲਦੀ ਆ। ਦੇਖੋ ਜਦੋਂ ਅਸੀਂ ਆਪਣੀਆਂ ਇਲੈਕਸ਼ਨਸ ਹੁੰਦੀਆਂ ਨੇ ਤੇ ਪੋਲੀਟੀਕਲ ਪਾਰਟੀ ਦੇ ਪਰਸਨ ਕੀ ਕਰਦੇ ਆ, ਆਪਣੇ ਡਿਫਰੈਂਟ ਸਲੋਗਨ ਬੋਲਦੇ ਆ, ਆਪਣੇ ਪੈਂਪਲੇਟ ਛਾਪਦੇ ਆ, ਲੋਕਾਂ 'ਚ ਵੰਡਦੇ ਆ, ਡਿਸਟ੍ਰੀਬਿਊਟ ਕਰਦੇ ਆ, ਹੈ ਨਾ, ਤੇ ਨਿਊਜ਼ਪੇਪਰ ਮੈਗਜ਼ੀਨ ਦੇ ਵਿੱਚ ਦਿੰਦੇ ਆ। ਉਹ ਕੀ ਕਰਦੇ ਆ, ਇੱਕ ਕਿਸਮ ਦਾ ਆਪਣਾ ਪ੍ਰਚਾਰ ਕਰ ਰਹੇ ਆ, ਜਿਨ੍ਹਾਂ ਤੋਂ ਸਾਨੂੰ ਪੋਲੀਟੀਕਲ ਐਜੂਕੇਸ਼ਨ ਮਿਲਦੀ ਆ, ਸਾਡੇ ਵਿੱਚ ਗਿਆਨ ਆਉਂਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿਹੜਾ ਲੀਡਰ ਠੀਕ ਹੈ ਕਿਹੜਾ ਲੀਡਰ ਗਲਤ ਹੈ। law are better obeyed ਕਹਿੰਦੇ ਕਾਨੂੰਨ ਦੀ ਠੀਕ ਪਾਲਣਾ। ਕਹਿੰਦੇ ਕਿ ਲਾ ਜਿਹੜੇ ਹੈਗੇ ਆ ਉਹ ਉਹੀ ਵਿਅਕਤੀ ਬਣਾਉਣ ਜਿਨ੍ਹਾਂ ਨੂੰ ਅਸੀਂ ਸਿਲੈਕਟ ਕੀਤਾ ਵਾ, ਤੇ ਲੋਕ ਵੀ ਮਤਲਬ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ law ਨੂੰ ਐਕਸੈਪਟ ਕਰ ਦਿੰਦੇ। ਠੀਕ ਹੈ, ਜਿੱਦਾਂ ਮੰਨ ਲਓ ਤੁਸੀਂ ਕਿਸੇ ਕੈਂਡੀਡੇਟ ਨੂੰ ਸਿਲੈਕਟ ਕੀਤਾ, ਹੁਣ ਉਹ ਇਲੈਕਸ਼ਨ ਦੇ ਵਿੱਚ ਪਰਸਨ ਵਿਨਰ ਵੀ ਬਣ ਗਿਆ ਹੈਗਾ ਵਾ, ਤੇ ਤੁਸੀਂ ਕੀ ਕਰੋਗੇ, ਵੱਧ ਤੋਂ ਵੱਧ ਚਾਹੋਗੇ ਕਿ ਮਤਲਬ ਮੈਂ ਇਹਦੇ ਬਣਾਏ ਗਏ ਰੂਲ ਨੂੰ ਬਹੁਤ ਅੱਛੇ ਤਰੀਕੇ ਨਾਲ ਫੋਲੋ ਕਰਾਂ, ਕਿਉਂਕਿ ਮੈਂ ਇਹੀ ਚਾਹੁੰਦਾ ਸੀ ਕਿ ਇਹੀ ਪਰਸਨ ਇਲੈਕਸ਼ਨ ਦੇ ਵਿੱਚ ਵਿਨਰ ਹੋਵੇ। ਠੀਕ ਹੈ, ਕਹਿੰਦਾ ਇਸ ਤਰ੍ਹਾਂ ਲਾ ਦੀ ਪਾਲਣਾ ਬਹੁਤ ਅੱਛੇ ਤਰੀਕੇ ਨਾਲ ਹੋ ਜਾਂਦੀ ਹੈ। ਐਵਰੀਬਡੀ ਪੇ ਟੈਕਸ। ਕਹਿੰਦੇ ਕਿ ਸਿਸਟਮ ਨੂੰ ਚਲਾਉਣ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤੇ ਹਰ ਕੋਈ ਵਿਅਕਤੀ ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਦੇ ਨਾਲ ਕਹਿੰਦੇ ਟੈਕਸ ਤੋਂ ਦਿੰਦਾ ਹੀ ਹੈ। ਫਿਰ ਜਦ ਹਰ ਕੋਈ ਵਿਅਕਤੀ ਟੈਕਸ ਦਿੰਦਾ ਹੈਗਾ ਵਾ, ਫਿਰ ਉਸ ਸਿਸਟਮ ਨੂੰ ਚਲਾਉਣ ਦੇ ਲਈ ਵੋਟ ਦਾ ਰਾਈਟ ਵੀ ਤਾਂ ਹਰ ਕਿਸੇ ਨੂੰ ਦੇਣਾ ਚਾਹੀਦਾ ਹੈ ਨਾ। ਜਦੋਂ ਕਹਿੰਦੇ ਸਾਲ ਦਾ ਬਜਟ ਤਿਆਰ ਕੀਤਾ ਜਾਂਦਾ ਵਾ ਨਾ, ਤੇ ਟੈਕਸ ਲਗਾ ਦਿੱਤੇ ਜਾਂਦੇ ਆ, ਤੇ ਉਸ ਟੈਕਸ ਦੀ ਭਰਪਾਈ ਜਿਹੜਾ ਵਾ ਸਾਰੇ ਮਨੁੱਖ ਕਰਦੇ ਆ, ਵਟਐਵਰ ਉਹ ਮੈਨ ਆ ਵਟਐਵਰ ਵਮਨ ਆ, ਜਦ ਸਾਰੇ ਲੋਕ ਹੀ ਕਰਦੇ ਆ ਉਹਦੀ ਟੈਕਸ ਦੀ ਭਰਪਾਈ, ਤੇ ਫਿਰ ਉਸ ਸਿਸਟਮ ਨੂੰ ਚਲਾਉਣ ਦੇ ਲਈ ਫਿਰ ਸਾਰੇ ਲੋਕਾਂ ਦੀ ਹਾਜ਼ਰੀ ਦਾ ਹੋਣਾ ਵੀ ਤਾਂ ਜ਼ਰੂਰੀ ਹੈ ਨਾ। ਪ੍ਰਮੋਟ ਨੈਸ਼ਨਲ ਯੂਨਿਟੀ। ਕਹਿੰਦੇ ਜੇ ਅਸੀਂ ਰਾਈਟ ਟੂ ਵੋਟ ਦਾ ਰਾਈਟ ਸਭ ਨੂੰ ਦੇ ਦੇਵਾਂਗੇ ਨਾ, ਤੇ ਨੈਸ਼ਨਲ ਯੂਨਿਟੀ ਪ੍ਰਮੋਟ ਹੁੰਦੀ ਆ, ਲੋਕਾਂ 'ਚ ਏਕਤਾ ਦੀ ਭਾਵਨਾ ਆਉਂਦੀ ਆ, ਉਹ ਆਪਣੇ ਆਪ ਨੂੰ ਦੂਜਿਆਂ ਤੋਂ ਥੋੜਾ ਅਪ ਸਮਝਣ ਲੱਗਦੇ ਆ। ਇਹਦੇ ਨਾਲ ਅਸੀਂ ਲੋਕਾਂ ਦੇ ਇੰਟਰਸਟ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆ, ਮਤਲਬ ਲੋਕਾਂ ਦਾ ਐਕਚੁਅਲ ਦੇ ਵਿੱਚ ਇੰਟਰਸਟ ਹੈ ਕਿਹਦੇ 'ਚ, ਕਿ ਵਾਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਆ ਕਿ ਨਹੀਂ। ਠੀਕ ਹੈ, ਸੋ ਲੋਕਾਂ ਦਾ ਇੰਟਰਸਟ ਜਿਹੜਾ ਹੈਗਾ ਉਹਨੂੰ ਜਾਣਨ ਦੇ ਵਿੱਚ ਸਾਡੀ ਹੈਲਪ ਹੋ ਜਾਂਦੀ ਹੈ। ਇਸ ਦੇ ਨਾਲ ਹੀ ਚੈਪਟਰ ਦਾ ਇਹ ਪੋਰਸ਼ਨ